प्यारे विद्यार्थियों, जिवें कि तुहानू पता ही है कि साडा यह मनुखी शरीर एक बहुत ही गुंझलदार रचना है, पर बेटा फिर भी साडे शरीर विच होण वालियां वख-वख किरियावां विच एक बहुत ही वधिया तालमेल है। ਉਹ ਸਾਰੀਆਂ ਕਿਰਿਆਵਾਂ ਜੋ ਕਿ ਸਾਨੂੰ ਜਿਉਂਦਾ ਰੱਖਣ ਵਿੱਚ ਸਹਾਇਕ ਹਨ, ਉਹਨਾਂ ਨੂੰ ਅਸੀਂ ਜੈਵਿਕ ਪ੍ਰਕਿਰਿਆਵਾਂ ਕਹਿੰਦੇ ਹਾਂ। ਸਾਡੇ ਸਰੀਰ ਵਿੱਚ ਹੋਣ ਵਾਲੀਆਂ ਵੱਖ-ਵੱਖ ਜੈਵਿਕ ਪ੍ਰਕਿਰਿਆਵਾਂ ਵਿੱਚੋਂ ਕੁਝ ਮਹੱਤਵਪੂਰਨ ਹਨ, ਜਿਵੇਂ ਕਿ ਮਲ ਨਿਕਾਸ ਪ੍ਰਣਾਲੀ ਹੋ ਗਈ, ਲਹੂ ਗੇੜ ਪ੍ਰਣਾਲੀ, ਸਾਹ ਕਿਰਿਆ ਅਤੇ ਪਾਚਨ ਪ੍ਰਣਾਲੀ। ਇਹ ਸਾਰੀਆਂ ਹੀ ਕਿਰਿਆਵਾਂ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਜ਼ਰੂਰੀ ਹਨ, ਜੋ ਕਿ ਸਾਡੇ ਜਿਉਂਦੇ ਰਹਿਣ ਵਿੱਚ ਸਹਾਇਕ ਹਨ। ਅੱਜ ਅਸੀਂ ਆਪਣੇ ਇਸ ਲੈਕਚਰ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਲਾਈਫ ਪ੍ਰੋਸੈਸ ਜਿਸਦਾ ਕਿ ਨਾਮ ਹੈ ਸਾਹ ਕਿਰਿਆ, ਉਸ ਬਾਰੇ ਵਿਸਥਾਰ ਪੂਰਵਕ ਪੜਾਂਗੇ। ਬੱਚਿਓ, ਮੈਨੂੰ ਪੂਰੀ ਉਮੀਦ ਹੈ ਕਿ ਇਸ ਲੈਕਚਰ ਨੂੰ ਸੁਣਨ ਤੋਂ ਪਹਿਲਾਂ ਤੁਸੀਂ ਸਾਰਿਆਂ ਨੇ ਆਪਣੇ ਹੱਥਾਂ ਵਿੱਚ ਕਾਪੀ ਅਤੇ ਪੈਨ ਨੂੰ ਜ਼ਰੂਰ ਫੜ ਲਿਆ ਹੋਵੇਗਾ, ਤਾਂ ਕਿ ਇਸ ਲੈਕਚਰ ਦੌਰਾਨ ਆਉਣ ਵਾਲੇ ਸਾਰੇ ਇੰਪੋਰਟੈਂਟ ਪੁਆਇੰਟਸ ਨੂੰ ਤੁਸੀਂ ਨੋਟ ਕਰ ਸਕੋ। ਤਾਂ ਬੇਟਾ ਆਓ ਅਸੀਂ ਅੱਜ ਚੱਲੀਏ ਕਿ ਅੱਜ ਦੇ ਇਸ ਲੈਕਚਰ ਦੌਰਾਨ ਸਾਡੇ ਮੁੱਖ ਉਦੇਸ਼ ਕੀ ਹਨ, ਕਿ ਅਸੀਂ ਇਸ ਲੈਕਚਰ ਦੌਰਾਨ ਕੀ ਸਿੱਖਾਂਗੇ। ਤਾਂ ਬੇਟਾ ਸਾਡੇ ਅੱਜ ਦੇ ਅਸੀਂ ਪੜਾਂਗੇ ਕਿ ਸਾਹ ਕਿਰਿਆ ਕੀ ਹੈ। ਅਸੀਂ ਇਹ ਵੀ ਦੇਖਾਂਗੇ ਕਿ ਸਾਹ ਕਿਰਿਆ ਕਿੰਨੀ ਤਰ੍ਹਾਂ ਦੀ ਹੁੰਦੀ ਹੈ ਅਤੇ ਉਹਨਾਂ ਵਿੱਚ ਕੀ ਅੰਤਰ ਹੁੰਦਾ ਹੈ। ਇਸ ਤੋਂ ਬਿਨਾਂ ਅਸੀਂ ਮਨੁੱਖੀ ਸਵਾਸ ਪ੍ਰਣਾਲੀ ਦੇ ਵੱਖ-ਵੱਖ ਅੰਗਾਂ ਬਾਰੇ ਵੀ ਪੜਾਂਗੇ ਅਤੇ ਅਸੀਂ ਇਹ ਵੀ ਪੜਾਂਗੇ ਕਿ ਸਾਹ ਕਿਰਿਆ ਅਤੇ ਸਾਹ ਲੈਣਾ ਵਿੱਚ ਕੀ ਅੰਤਰ ਹੈ। ਇਸ ਤੋਂ ਇਲਾਵਾ ਬੇਟਾ ਅਸੀਂ ਇਹ ਵੀ ਦੇਖਾਂਗੇ ਕਿ ਸਾਡੇ ਸਰੀਰ ਵਿੱਚ ਗੈਸਾਂ ਦਾ ਵਟਾਂਦਰਾ ਕਿੱਥੇ ਹੁੰਦਾ ਹੈ ਅਤੇ ਸਭ ਤੋਂ ਅਖੀਰ ਵਿੱਚ ਅਸੀਂ ਆਪਣੀ ਇਸ ਸਾਹ ਕਿਰਿਆ ਨਾਲ ਸੰਬੰਧਿਤ ਕੁਝ ਐਕਟੀਵਿਟੀਜ਼ ਨੂੰ ਵੀ ਡਿਸਕਸ ਕਰਾਂਗੇ। ਤਾਂ ਆਓ ਬੇਟਾ ਅਸੀਂ ਅੱਜ ਦਾ ਆਪਣਾ ਇਹ ਲੈਕਚਰ ਸ਼ੁਰੂ ਕਰੀਏ। ਸਭ ਤੋਂ ਪਹਿਲਾਂ ਅਸੀਂ ਪੜਾਂਗੇ ਕਿ ਸਾਹ ਕਿਰਿਆ ਕੀ ਹੈ। ਦੇਖੋ ਬੇਟਾ, ਸਾਹ ਕਿਰਿਆ ਇੱਕ ਜੈਵ ਰਸਾਇਣਿਕ ਕਿਰਿਆ ਹੈ। ਜੈਵ ਤੋਂ ਕੀ ਭਾਵ ਹੈ? ਜੈਵ ਤੋਂ ਭਾਵ ਹੈ ਕਿ ਇਹ ਜੀਵਾਂ ਦੇ ਸਰੀਰ ਅੰਦਰ ਹੋਣ ਵਾਲੀ ਕਿਰਿਆ ਹੈ। ਰਸਾਇਣਿਕ ਤੋਂ ਕੀ ਭਾਵ ਹੈ? ਰਸਾਇਣਿਕ ਤੋਂ ਭਾਵ ਹੈ ਕਿ ਇਸ ਕਿਰਿਆ ਦੌਰਾਨ ਸਾਡੇ ਕੋਲ ਕੁਝ ਨਾ ਕੁਝ ਨਵੇਂ ਉਤਪਾਦ ਪੈਦਾ ਹੁੰਦੇ ਹਨ। ਤਾਂ ਉਹ ਜੈਵ ਰਸਾਇਣਿਕ ਕਿਰਿਆ ਜਿਸ ਦੌਰਾਨ ਸੈੱਲ ਵਿਚਲਾ ਗਲੂਕੋਜ਼ ਆਕਸੀਜਨ ਨਾਲ ਕਿਰਿਆ ਕਰਕੇ ਕਾਰਬਨ ਡਾਈਆਕਸਾਈਡ, ਪਾਣੀ ਅਤੇ ਊਰਜਾ ਪੈਦਾ ਕਰਦਾ ਹੈ, ਉਸ ਕਿਰਿਆ ਨੂੰ ਸਾਹ ਕਿਰਿਆ ਕਹਿੰਦੇ ਹਨ। ਇਹ ਦੇਖੋ, ਤੁਹਾਨੂੰ ਨੀਚੇ ਇੱਕ ਸਮੀਕਰਨ ਲਿਖੀ ਨਜ਼ਰ ਆ ਰਹੀ ਹੋਵੇਗੀ, ਜਿਸ ਵਿੱਚ ਪਹਿਲਾ ਫਾਰਮੂਲਾ C6H12O6, ਇਹ ਬੇਟਾ ਗਲੂਕੋਜ਼ ਦਾ ਫਾਰਮੂਲਾ ਹੈ। ਜਦੋਂ ਗਲੂਕੋਜ਼ ਦੇ ਨਾਲ ਆਕਸੀਜਨ ਕਿਰਿਆ ਕਰਦੀ ਹੈ, ਆਕਸੀਜਨ ਦਾ ਫਾਰਮੂਲਾ ਤੁਹਾਨੂੰ ਪਤਾ ਹੀ ਹੈ O2। ਜਦੋਂ ਆਕਸੀਕਰਨ ਹੁੰਦਾ ਹੈ ਗਲੂਕੋਜ਼ ਦਾ, ਤਾਂ ਸਾਡੇ ਕੋਲ ਨਵੇਂ ਉਤਪਾਦ ਕਿਹੜੇ-ਕਿਹੜੇ ਬਣਦੇ ਹਨ? ਉਹ ਹਨ ਕਾਰਬਨ ਡਾਈਆਕਸਾਈਡ, ਪਾਣੀ ਅਤੇ ਊਰਜਾ। ਪਰ ਬੇਟਾ ਇੱਥੇ ਤੁਸੀਂ ਇਹ ਯਾਦ ਰੱਖਣਾ ਹੈ ਕਿ ਇਸ ਸਾਹ ਕਿਰਿਆ ਦੌਰਾਨ ਪੈਦਾ ਹੋਈ ਊਰਜਾ ਤੁਰੰਤ ਹੀ ATP ਨਾਂ ਦੇ ਅਣੂ ਵਿੱਚ ਸੰਸ਼ਲੇਸ਼ਿਤ ਲਈ ਵਰਤ ਲਈ ਜਾਂਦੀ ਹੈ। ਤਾਂ ਬੇਟਾ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਸਾਹ ਕਿਰਿਆ ਦੇ ਦੌਰਾਨ ਗਲੂਕੋਜ਼ ਦਾ ਆਕਸੀਕਰਨ ਹੁੰਦਾ ਹੈ। ਹੁਣ ਬੇਟਾ ਤੁਹਾਡੇ ਦਿਮਾਗ ਵਿੱਚ ਇੱਕ ਪ੍ਰਸ਼ਨ ਆਇਆ ਹੋਵੇਗਾ ਕਿ ਇਹ ਗਲੂਕੋਜ਼ ਕਿੱਥੋਂ ਆਇਆ। ਤਾਂ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਸਾਡੇ ਸਰੀਰ ਵਿੱਚ ਸਾਰੀਆਂ ਹੀ ਪ੍ਰਕਿਰਿਆਵਾਂ ਬੜੇ ਤਾਲਮੇਲ ਨਾਲ ਚੱਲਦੀਆਂ ਹਨ। ਤਾਂ ਤੁਸੀਂ ਜਿਹੜੀ ਪਹਿਲਾਂ ਇੱਕ ਪ੍ਰਕਿਰਿਆ ਪੜ੍ਹ ਚੁੱਕੇ ਹੋ, ਪਾਚਨ ਪ੍ਰਣਾਲੀ, ਉਸ ਵਿੱਚ ਤੁਸੀਂ ਪੜ੍ਹਿਆ ਹੋਵੇਗਾ ਕਿ ਸਾਡੇ ਸਰੀਰ ਦੇ ਅੰਦਰ ਜਿਹੜੇ ਕੰਪਲੈਕਸ ਮੋਲੀਕਿਊਲਸ ਨੇ, ਡਾਈਜੈਸ਼ਨ ਦੇ ਦੌਰਾਨ ਉਹ ਸਿੰਪਲ ਮੋਲੀਕਿਊਲਸ ਦੇ ਵਿੱਚ ਕਨਵਰਟ ਹੋ ਜਾਂਦੇ ਨੇ। ਭਾਵ ਕਿ ਜਿਹੜੇ ਗੁੰਝਲਦਾਰ ਪਦਾਰਥ ਨੇ ਉਹ ਪਾਚਨ ਦੁਆਰਾ ਸਰਲ ਪਦਾਰਥਾਂ ਵਿੱਚ ਬਦਲ ਜਾਂਦੇ ਹਨ। ਤਾਂ ਗਲੂਕੋਜ਼ ਵੀ ਇੱਕ ਸਰਲ ਪਦਾਰਥ ਹੈ ਜੋ ਕਿ ਸਾਡੀ ਛੋਟੀ ਆਂਦਰ ਦੇ ਸੈੱਲਾਂ ਵਿੱਚ ਜਜ਼ਬ ਹੋ ਜਾਂਦਾ ਹੈ ਅਤੇ ਫਿਰ ਇਹ ਲਹੂ ਦੁਆਰਾ ਸਾਡੇ ਸਰੀਰ ਦੇ ਵੱਖ-ਵੱਖ ਸੈੱਲਾਂ ਤੱਕ ਪਹੁੰਚਦਾ ਹੈ। ਤਾਂ ਉਸ ਗਲੂਕੋਜ਼ ਦਾ ਆਕਸੀਕਰਨ ਸਾਡੇ ਦੁਆਰਾ ਸਾਹ ਕਿਰਿਆ ਦੁਆਰਾ ਅੰਦਰ ਲੈ ਕੇ ਗਈ ਆਕਸੀਜਨ ਦੁਆਰਾ ਕੀਤਾ ਜਾਂਦਾ ਹੈ ਅਤੇ ਸਾਡੇ ਕੋਲ ਕਿਹੜੇ-ਕਿਹੜੇ ਉਤਪਾਦ ਬਣਦੇ ਹਨ? ਕਾਰਬਨ ਡਾਈਆਕਸਾਈਡ, ਪਾਣੀ ਅਤੇ ਊਰਜਾ, ਅਤੇ ਫਿਰ ਉਸ ਊਰਜਾ ਨੂੰ ATP ਬਣਨ ਦੇ ਲਈ ਵਰਤ ਲਿਆ ਜਾਂਦਾ ਹੈ। ਫਿਰ ਸਾਡੇ ਸਰੀਰ ਦੇ ਵਿੱਚ ATP ਨਾਂ ਦੀ ਊਰਜਾ ਸਟੋਰ ਹੋ ਜਾਂਦੀ ਹੈ, ਜਿਸ ਨੂੰ ਅਸੀਂ એનર્ਜੀ ਕਰੰਸੀ ਆਫ ਦਾ ਸੈੱਲ ਵੀ ਕਹਿੰਦੇ ਹਾਂ। એનર્ਜੀ ਕਰੰਸੀ ਆਫ ਦਾ ਸੈੱਲ। ਆਓ ਬੇਟਾ ਹੁਣ ਅਸੀਂ ਸਲਾਈਡ ਤੋਂ ਸਮਝੀਏ ਕਿ ATP ਕਿਸ ਤਰ੍ਹਾਂ ਬਣਦੀ ਹੈ। ਹਾਂਜੀ ਬੇਟਾ, ਸਭ ਤੋਂ ਪਹਿਲਾਂ ਦੇਖੋ ATP ਦਾ ਪੂਰਾ ਨਾਮ ਕੀ ਹੈ। ATP ਦਾ ਪੂਰਾ ਨਾਮ ਹੈ ਐਡੀਨੋਸਾਈਨ ਟ੍ਰਾਈਫਾਸਫੇਟ। ਐਡੀਨੋਸਾਈਨ
ਟ੍ਰਾਈਫਾਸਫੇਟ। ਟ੍ਰਾਈਫਾਸਫੇਟ ਤੋਂ ਭਾਵ ਹੈ ਕਿ 3 ਫਾਸਫੇਟ। ਤਾਂ ਬੇਟਾ ਸਾਡੇ ਸੈੱਲਾਂ ਦੇ ਵਿੱਚ ਇੱਕ ADP ਨਾਂ ਦਾ ਅਣੂ ਪਹਿਲਾਂ ਹੀ ਹੁੰਦਾ ਹੈ, ਐਡੀਨੋਸਾਈਨ ਡਾਈਫਾਸਫੇਟ। ਜਦੋਂ ਸਾਹ ਕਿਰਿਆ ਦੌਰਾਨ ਊਰਜਾ ਪੈਦਾ ਹੁੰਦੀ ਹੈ ਤਾਂ ਇਸ ADP ਨਾਲ ਇੱਕ ਹੋਰ ਫਾਸਫੇਟ ਜੁੜ ਜਾਂਦਾ ਹੈ ਅਤੇ ਸਾਡੇ ਕੋਲ ਇੱਕ ਅਣੂ ਬਣ ਜਾਂਦਾ ਹੈ ਜਿਸ ਦਾ ਨਾਮ ਕੀ ਹੈ, ATP। ਅਤੇ ਫਿਰ ਇਹ ATP ਸਾਡੇ ਸਰੀਰ ਦੇ ਹੋਰ ਕਿਰਿਆਵਾਂ ਲਈ ਵਰਤ ਲਈ ਜਾਂਦੀ ਹੈ ਊਰਜਾ ਦੇ ਰੂਪ ਵਿੱਚ। ਹੁਣ ਬੇਟਾ ਇਹ ਵੀ ਤੁਸੀਂ ਯਾਦ ਰੱਖਣਾ ਹੈ ਕਿ ਇਹ ਕਿਰਿਆ ਜਦੋਂ ADP ਪਲੱਸ ਫਾਸਫੇਟ ਮਿਲ ਕੇ ATP ਬਣਾਉਂਦੇ ਹਨ ਤਾਂ ਇਹ ਸਾਰੀ ਕਿਰਿਆ ਸਾਡੇ ਸਰੀਰ ਦੇ ਨਿੱਕੜੇ ਸੈੱਲਾਂ ਦੇ ਨਿੱਕੜੇ ਅੰਗ ਮਾਈਟੋਕੌਂਡਰੀਆ ਵਿੱਚ ਹੁੰਦੀ ਹੈ। ਮਾਈਟੋਕੌਂਡਰੀਆ ਬਾਰੇ ਤੁਸੀਂ 9ਵੀਂ ਜਮਾਤ ਵਿੱਚ ਪੜ੍ਹਿਆ ਹੀ ਹੋਵੇਗਾ ਕਿ ਇਸ ਨੂੰ ਅਸੀਂ ਪਾਵਰ ਹਾਊਸ ਆਫ ਦਾ ਸੈੱਲ ਵੀ ਕਹਿੰਦੇ ਹਾਂ। ਤਾਂ ਮੈਨੂੰ ਉਮੀਦ ਹੈ ਕਿ ਇਸ ਸਲਾਈਡ ਤੋਂ ਤੁਹਾਨੂੰ ATP ਬਾਰੇ ਚੰਗੀ ਤਰ੍ਹਾਂ ਪਤਾ ਲੱਗ ਗਿਆ। ਸਾਹ ਕਿਰਿਆ ਹੈ ਇਹ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਹੁੰਦੀ ਹੈ ਸਾਡੇ ਕੋਲ ਆਕਸੀ ਸਾਹ ਕਿਰਿਆ, ਇੱਕ ਹੁੰਦੀ ਹੈ ਅਨਾਕਸੀ ਸਾਹ ਕਿਰਿਆ। ਜਿਵੇਂ ਕਿ ਨਾਮ ਤੋਂ ਹੀ ਸਪਸ਼ਟ ਹੈ, ਆਕਸੀ ਤੋਂ ਭਾਵ ਆਕਸੀਜਨ ਦੀ ਮੌਜੂਦਗੀ ਅਤੇ ਅਨਾਕਸੀ ਤੋਂ ਭਾਵ ਆਕਸੀਜਨ ਦੀ ਗੈਰ ਮੌਜੂਦਗੀ। ਇਸ ਨੂੰ ਅਸੀਂ ਇੰਗਲਿਸ਼ ਵਿੱਚ ਐਰੋਬਿਕ ਐਂਡ ਐਨਐਰੋਬਿਕ ਰੈਸਪੀਰੇਸ਼ਨ ਵੀ ਕਹਿੰਦੇ ਹਾਂ। ਐਰੋਬਿਕ ਤੋਂ ਭਾਵ ਪ੍ਰੈਜ਼ੈਂਸ ਆਫ ਆਕਸੀਜਨ, ਐਨਐਰੋਬਿਕ ਤੋਂ ਭਾਵ ਐਬਸੈਂਸ ਆਫ ਆਕਸੀਜਨ। ਆਓ ਹੁਣ ਆਪਾਂ ਸਲਾਈਡ ਤੋਂ ਆਕਸੀ ਅਤੇ ਅਨਾਕਸੀ ਸਾਹ ਕਿਰਿਆ ਦੇ ਵਿੱਚ ਅੰਤਰ ਵਿਸਥਾਰਪੂਰਵਕ ਪੜ੍ਹੀਏ। ਤਾਂ ਬੇਟਾ ਆਕਸੀ ਸਾਹ ਕਿਰਿਆ ਆਕਸੀਜਨ ਦੀ ਮੌਜੂਦਗੀ ਵਿੱਚ ਹੁੰਦੀ ਹੈ, ਅਨਾਕਸੀ ਸਾਹ ਕਿਰਿਆ ਆਕਸੀਜਨ ਦੀ ਗੈਰ ਮੌਜੂਦਗੀ ਵਿੱਚ ਹੁੰਦੀ ਹੈ। ਇਸ ਕਿਰਿਆ ਦੇ ਉਤਪਾਦ ਕਾਰਬਨ ਡਾਈਆਕਸਾਈਡ ਅਤੇ ਪਾਣੀ ਹਨ। ਇਸ ਕਿਰਿਆ ਦੇ ਉਤਪਾਦ ਕਾਰਬਨ ਡਾਈਆਕਸਾਈਡ, ਇਥੇਨੋਲ ਅਤੇ ਕਈ ਵਾਰ ਬੇਟਾ ਮਨੁੱਖੀ ਸੈੱਲ ਵਿੱਚ ਲੈਕਟਿਕ ਐਸਿਡ ਵੀ ਬਣਦਾ ਹੈ। ਉਸ ਬਾਰੇ ਅਸੀਂ ਅਗਲੀ ਸਲਾਈਡ ਵਿੱਚ ਚਰਚਾ ਕਰਾਂਗੇ। ਤਾਂ ਅਨਾਕਸੀ ਸਾਹ ਕਿਰਿਆ ਦੇ ਵਿੱਚ ਜਿਹੜੇ ਦੋ ਉਤਪਾਦ ਕਾਰਬਨ ਡਾਈਆਕਸਾਈਡ ਅਤੇ ਇਥੇਨੋਲ ਇੱਥੇ ਲਿਖੇ ਹੋਏ ਹਨ, ਪਰ ਇੱਕ ਨਾਲ ਇੱਕ ਹੋਰ ਉਤਪਾਦ ਲੈਕਟਿਕ ਐਸਿਡ ਵੀ ਬਣਦਾ ਹੈ। ਉਹ ਕਿਹੜੇ ਹਾਲਾਤਾਂ ਵਿੱਚ ਬਣਦਾ ਹੈ ਉਹ ਆਪਾਂ ਅਗਲੀ ਜਿਹੜੀ ਸਲਾਈਡ ਆ ਉਸ ਵਿੱਚ ਪੜਾਂਗੇ। ਤੀਸਰਾ ਜਿਹੜਾ ਫਰਕ ਹੈ ਉਹ ਇਹ ਹੈ ਕਿ ਆਕਸੀ ਸਾਹ ਕਿਰਿਆ ਵਿੱਚ ਊਰਜਾ ਵੱਧ ਪੈਦਾ ਹੁੰਦੀ ਹੈ, ਭਾਵ ਕਿ ATP ਵੱਧ ਬਣਦੇ ਹਨ, ਜਦਕਿ ਅਨਾਕਸੀ ਸਾਹ ਕਿਰਿਆ ਵਿੱਚ ਊਰਜਾ ਘੱਟ ਪੈਦਾ ਹੁੰਦੀ ਹੈ, ਭਾਵ ਕਿ ATP ਘੱਟ ਬਣਦਾ। ਹੁਣ ਬੇਟਾ ਆਪਾਂ ਪੜਿਆ ਕਿ ਆਕਸੀ ਅਤੇ ਅਨਾਕਸੀ ਸਾਹ ਕਿਰਿਆ ਦੇ ਵਿੱਚ ਕਿਹੜੇ-ਕਿਹੜੇ ਮੁੱਖ ਅੰਤਰ ਹਨ ਅਤੇ ਅਸੀਂ ਇਹ ਵੀ ਦੇਖਿਆ ਕਿ ਆਕਸੀ ਅਤੇ ਅਨਾਕਸੀ ਸਾਹ ਕਿਰਿਆ ਦੌਰਾਨ ਪੈਦਾ ਹੋਣ ਵਾਲੇ ਉਤਪਾਦ ਵੀ ਵੱਖੋ ਵੱਖਰੇ ਹਨ। ਆਓ ਆਪਾਂ ਅਗਲੀ ਸਲਾਈਡ ਤੋਂ ਇਹ ਪਤਾ ਕਰੀਏ ਕਿ ਆਕਸੀ ਅਤੇ ਅਨਾਕਸੀ ਸਾਹ ਕਿਰਿਆ ਦੌਰਾਨ ਪੈਦਾ ਹੋਣ ਵਾਲੇ ਵੱਖ-ਵੱਖ ਉਤਪਾਦਾਂ ਵਿੱਚ ਜਿਹੜੀ ਰਸਾਇਣਿਕ ਸਮੀਕਰਨ ਆ ਉਹ ਕਿਸ ਤਰ੍ਹਾਂ ਦੀ ਹੈ। ਤਾਂ ਦੇਖੋ ਬੇਟਾ ਸਲਾਈਡ ਦੇ ਉੱਪਰ ਤੁਹਾਨੂੰ ਸਲਾਈਡ ਦੇ ਵਿੱਚ ਨਜ਼ਰ ਆ ਰਿਹਾ ਹੋਵੇਗਾ ਕਿ ਜਿਹੜਾ ਗਲੂਕੋਜ਼ ਹੈ ਉਸ ਦੇ ਟੁੱਟਣ ਦੇ ਵੱਖੋ ਵੱਖਰੇ ਰਸਤੇ ਹਨ। ਤਾਂ ਬੇਟਾ ਹੁਣ ਅਸੀਂ ਪੜ੍ਹਦੇ ਹਾਂ ਕਿ ਗਲੂਕੋਜ਼ ਤੋਂ ਜਿਹੜੀ ਊਰਜਾ ਪੈਦਾ ਹੁੰਦੀ ਹੈ ਉਹ ਕਿਸ-ਕਿਸ ਰੂਪ ਦੇ ਵਿੱਚ ਪੈਦਾ ਹੋ ਸਕਦੀ ਹੈ। ਸਭ ਤੋਂ ਪਹਿਲਾਂ ਦੇਖੋ ਸਾਡੇ ਕੋਲ ਕੀ ਹੈ, ਗਲੂਕੋਜ਼। ਗਲੂਕੋਜ਼ ਅਸੀਂ ਫਾਰਮੂਲਾ ਪੜ੍ਹ ਹੀ ਚੁੱਕੇ ਹਾਂ। ਇੱਕ 6 ਕਾਰਬਨ ਵਾਲਾ ਮੋਲੀਕਿਊਲ ਆ C6H12O6। ਇਹ ਸਾਈਟੋਪਲਾਜ਼ਮ ਦੇ ਵਿੱਚ ਭਾਵ ਕਿ ਸੈਲ ਦਰਵ ਦੇ ਵਿੱਚ ਇੱਕ 3 ਕਾਰਬਨ ਵਾਲੇ ਮੋਲੀਕਿਊਲ ਪਾਇਰੂਵੇਟ ਦੇ ਇੱਥੇ ਸਾਡੇ ਕੋਲੇ ਬੇਟਾ ਜਿਹੜੇ ਦੋ ਮੋਲੀਕਿਊਲਸ ਬਣਦੇ ਨੇ, ਕਿਉਂਕਿ ਕਾਰਬਨ 6 ਵਾਲਾ ਪਾਇਰੂਵੇਟ 3 ਕਾਰਬਨ ਆ ਤਾਂ ਸਾਡੇ ਕੋਲ ਦੋ ਪਾਇਰੂਵੇਟ ਬਣਦੇ ਨੇ। ਹੁਣ ਇਹ ਪਾਇਰੂਵੇਟ ਅੱਗੇ ਕਿਸ ਰਸਤੇ ਨੂੰ ਅਡਾਪਟ ਕਰਨਗੇ ਇਹ ਡਿਪੈਂਡ ਕਰਦਾ ਕਿ ਆਕਸੀਜਨ ਮੌਜੂਦ ਹੈ ਜਾਂ ਆਕਸੀਜਨ ਦੀ ਗੈਰ ਮੌਜੂਦਗੀ ਹੈ, ਭਾਵ ਕਿ ਆਕਸੀ ਸਾਹ ਕਿਰਿਆ ਚੱਲ ਰਹੀ ਹੈ ਜਾਂ ਅਨਾਕਸੀ ਸਾਹ ਕਿਰਿਆ। ਹੁਣ ਜੇਕਰ ਆਕਸੀ ਸਾਹ ਕਿਰਿਆ ਚੱਲ ਰਹੀ ਹੈ ਤਾਂ ਫਿਰ ਕੀ ਹੋਵੇਗਾ, ਇਨ ਦਾ ਪ੍ਰੈਜ਼ੈਂਸ ਆਫ ਆਕਸੀਜਨ, ਤਾਂ ਇਹ ਜਿਹੜੀ ਕਿਰਿਆ ਉਹ ਮਾਈਟੋਕੌਂਡਰੀਆ ਦੇ ਵਿੱਚ ਹੋਵੇਗੀ ਤੇ ਸਾਡੇ ਕੋਲ ਕੀ ਬਣੇਗਾ, ਕਾਰਬਨ ਡਾਈਆਕਸਾਈਡ, ਪਾਣੀ ਅਤੇ ਊਰਜਾ ਕਿਸ ਰੂਪ ਵਿੱਚ ਹੁਣ ਬਣੇਗੀ, ATP ਦੇ ਰੂਪ ਦੇ ਵਿੱਚ। ਹੁਣ ਬੇਟਾ ਜੇਕਰ ਅਨਾਕਸੀ ਸਾਹ ਕਿਰਿਆ ਹੈ ਜਿਵੇਂ ਕਿ ਲਿਖਿਆ ਹੋਇਆ ਹੈ ਐਬਸੈਂਸ ਆਫ ਆਕਸੀਜਨ, ਇੱਥੇ ਅਸੀਂ ਉਦਾਹਰਨ ਲਈ ਹੈ ਯੀਸਟ ਦੀ। ਯੀਸਟ ਇੱਕ ਸਾਨੂੰ ਪਤਾ ਹੀ ਹੈ ਇੱਕ ਸੂਖਮ ਜੀਵ ਹੈ, ਖਮੀਰ ਜਿਸ ਨੂੰ ਅਸੀਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਹਾਂ। ਹਾਂਜੀ, ਇਸ ਦੇ ਵਿੱਚ ਬੇਟਾ ਅਨਾਕਸੀ ਸਾਹ ਕਿਰਿਆ ਵੀ ਹੁੰਦੀ ਹੈ। ਤਾਂ ਜਦੋਂ ਅਨਾਕਸੀ ਸਾਹ ਕਿਰਿਆ ਹੁੰਦੀ ਹੈ ਤਾਂ ਉਤਪਾਦ ਬਣਦੇ ਹਨ ਇਥਾਨੋਲ, ਕਾਰਬਨ ਡਾਈਆਕਸਾਈਡ ਅਤੇ ਊਰਜਾ। ਪਰ ਇੱਥੇ ਜਿਹੜੀ ਊਰਜਾ ਹੈ ਉਹ ਸਿਰਫ 2 ATP ਹੀ ਪੈਦਾ ਹੁੰਦੀ ਹੈ, ਕਿਉਂਕਿ ਜਿਹੜਾ ਖਮੀਰ ਹੈ ਉਸ ਦੀ ਸਰੀਰਕ ਰਚਨਾ ਤੇ ਸਾਡੀ ਸਰੀਰਕ ਰਚਨਾ ਵਿੱਚ ਬਹੁਤ ਹੀ ਜ਼ਿਆਦਾ ਅੰਤਰ ਹੈ। ਇਹ ਇੱਕ ਬਹੁਤ ਹੀ ਸਧਾਰਨ ਜੀਵ ਹੈ ਜਿਸ ਨੂੰ ਕਿ ਊਰਜਾ ਦੀ ਬਹੁਤ ਹੀ
ਜ਼ਰੂਰਤ ਘੱਟ ਹੈ ਸਾਡੇ ਮਨੁੱਖੀ ਸਰੀਰ ਦੇ ਮੁਕਾਬਲੇ। ਤਾਂ ਇਸ ਕਰਕੇ ਇਸ ਵਿੱਚ ਜੇਕਰ ਥੋੜੀ ਊਰਜਾ ਵੀ ਪੈਦਾ ਹੁੰਦੀ ਹੈ ਤਾਂ ਇਸ ਦੀਆਂ ਸਰੀਰਕ ਗਤੀਵਿਧੀਆਂ ਕੰਮ ਕਰਦੀਆਂ ਰਹਿੰਦੀਆਂ ਹਨ। ਬੇਟਾ ਜਿਹੜੀ ਇਹ ਵਾਲੀ ਰਸਾਇਣਿਕ ਕਿਰਿਆ ਹੈ ਇਸ ਨੂੰ ਅਸੀਂ ਖਮੀਰਨ ਕਿਰਿਆ ਵੀ ਕਹਿ ਦਿੰਦੇ ਹਾਂ। ਖਮੀਰਨ ਤੋਂ ਭਾਵ ਜਦੋਂ ਕਦੇ ਵੀ ਗਲੂਕੋਜ਼ ਦਾ ਅਨਾਕਸੀ ਮਤਲਬ ਕੰਡੀਸ਼ਨ ਦੇ ਦੌਰਾਨ ਕੀ ਹੁੰਦਾ ਹੈ, ਗਲੂਕੋਜ਼ ਤੋਂ ਇਥੇਨॉल ਪੈਦਾ ਹੁੰਦਾ ਹੈ, ਨਾਲ ਕਾਰਬਨ ਡਾਈਆਕਸਾਈਡ ਪੈਦਾ ਹੁੰਦੀ ਹੈ, ਉਸ ਨੂੰ ਅਸੀਂ ਖਮੀਰਨ ਭਾਵ ਕੇ ਫਰਮੈਂਟੇਸ਼ਨ ਵੀ ਕਹਿ ਦਿੰਦੇ ਹਾਂ। The anaerobic breakdown of glucose to produce ethanol and carbon dioxide plus 2 ATP, that is known as the fermentation process, ਭਾਵ ਕੇ ਖਮੀਰਨ ਕਿਰਿਆ। ਹੁਣ ਬੇਟਾ ਇੱਥੇ ਇੱਕ ਹੋਰ ਤੁਸੀਂ ਫਲੋ ਚਾਰਟ ਦੇਖੋ ਜਿਸ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਕਿ ਆਕਸੀਜਨ ਦੀ ਗੈਰ ਮੌਜੂਦਗੀ ਹੈ, ਪਰ ਨੀਚੇ ਲਿਖਿਆ ਹੋਇਆ ਹੈ ਹਿਊਮਨ ਮਸਲ ਸੈਲ, ਭਾਵ ਕਿ ਮਨੁੱਖ ਦੀਆਂ ਜਿਹੜੀਆਂ ਮਸਲਸ ਦੀਆਂ ਮਾਸਪੇਸ਼ੀਆਂ, ਭਾਵ ਕਿ ਮਨੁੱਖ ਦੀਆਂ ਲੱਤਾਂ ਦੀਆਂ ਮਾਸਪੇਸ਼ੀਆਂ ਦੇ ਵਿੱਚ ਕਈ ਵਾਰ ਅਨਾਕਸੀ ਸਾਹ ਕਿਰਿਆ ਚੱਲ ਪੈਂਦੀ ਹੈ। ਹੁਣ ਇਹ ਬਹੁਤ ਧਿਆਨ ਦੇਣ ਵਾਲੀ ਗੱਲ ਹੈ ਕਿ ਸਾਡੇ ਸਰੀਰ ਵਿੱਚ ਵੀ ਅਨਾਕਸੀ ਸਾਹ ਕਿਰਿਆ ਹੁੰਦੀ ਹੈ। ਬੇਟਾ ਵੈਸੇ ਤਾਂ ਤੁਹਾਨੂੰ ਇਹੀ ਪਤਾ ਹੈ ਕਿ ਸਾਡੇ ਸਰੀਰ ਦੇ ਅੰਦਰ ਆਕਸੀ ਸਾਹ ਕਿਰਿਆ ਹੁੰਦੀ ਰਹਿੰਦੀ ਹੈ, ਪਰ ਕਈ ਵਾਰ ਜਦੋਂ ਅਸੀਂ ਕੋਈ ਹੈਵੀ ਐਕਸਰਸਾਈਜ਼ ਕਰਦੇ ਹਾਂ ਤਾਂ ਸਾਡੀਆਂ ਲੱਤਾਂ ਨੂੰ ਉਨੀ ਆਕਸੀਜਨ ਨਹੀਂ ਮਿਲ ਪਾਉਂਦੀ ਜਿੰਨੀ ਸਾਨੂੰ ਕਿ ਗਲੂਕੋਜ਼ ਦੇ ਆਕਸੀਕਰਨ ਲਈ ਲੋੜੀਂਦੀ ਹੁੰਦੀ ਹੈ। ਤਾਂ ਗਲੂਕੋਜ਼ ਦਾ ਉਸ ਟਾਈਮ ਤੇ ਬਿਨਾਂ ਆਕਸੀਜਨ ਤੋਂ ਹੀ ਜਿਹੜਾ ਗਲੂਕੋਜ਼ ਆ ਉਹ ਕਿਸ ਵਿੱਚ ਟੁੱਟ ਜਾਂਦਾ ਹੈ, ਲੈਕਟਿਕ ਐਸਿਡ, ਤੇ ਨਾਲ ਕੀ ਪੈਦਾ ਹੋ ਜਾਂਦੀ ਹੈ, ਊਰਜਾ। ਇੱਥੇ ਵੀ ਊਰਜਾ ਘੱਟ ਪੈਦਾ ਹੁੰਦੀ ਹੈ, ਸਿਰਫ 2 ATP ਹੀ ਪੈਦਾ ਹੁੰਦੀ ਹੈ। ਅਤੇ ਇੱਥੇ ਤੁਸੀਂ ਇਹ ਵੀ ਯਾਦ ਰੱਖਣਾ ਹੈ ਕਿ ਇੱਥੇ ਕਾਰਬਨ ਡਾਈਆਕਸਾਈਡ ਪੈਦਾ ਨਹੀਂ ਹੁੰਦੀ, ਤਾਂ ਗਲੂਕੋਜ਼ ਤੋਂ ਸਿੱਧਾ ਹੀ ਬਿਨਾਂ ਆਕਸੀਜਨ ਤੋਂ ਕੀ ਬਣ ਜਾਂਦਾ ਹੈ, ਲੈਕਟਿਕ ਐਸਿਡ। ਤਾਂ ਅਸੀਂ ਦੇਖਿਆ ਕਿ ਗਲੂਕੋਜ਼ ਤੋਂ ਊਰਜਾ ਪੈਦਾ ਹੋਣ ਦੇ ਸਾਡੇ ਕੋਲ 3 ਵੱਖੋ ਵੱਖਰੇ ਰਸਤੇ ਹਨ ਜੋ ਅਸੀਂ ਚੰਗੀ ਤਰ੍ਹਾਂ ਇਹ ਫਲੋ ਚਾਰਟ ਯਾਦ ਕਰਨਾ ਹੈ। ਪਹਿਲਾ, ਜਦੋਂ ਸਾਡੇ ਕੋਲ ਆਕਸੀਜਨ ਦੀ ਮੌਜੂਦਗੀ ਹੈ ਜਿਸ ਨੂੰ ਆਕਸੀ ਸਾਹ ਕਿਰਿਆ ਕਹਿੰਦੇ ਹਾਂ, ਜਾਂ ਫਿਰ ਖਮੀਰ ਦੇ ਵਿੱਚ ਅਨਾਕਸੀ ਸਾਹ ਕਿਰਿਆ, ਜਾਂ ਫਿਰ ਸਾਡੀਆਂ ਲੱਤਾਂ ਦੀਆਂ ਮਾਸਪੇਸ਼ੀਆਂ ਦੇ ਵਿੱਚ ਅਨਾਕਸੀ ਸਾਹ ਕਿਰਿਆ। ਚਲੋ ਜੀ ਹੁਣ ਚੱਲਦੇ ਹਾਂ ਆਪਾਂ ਆਪਣੀ ਅਗਲੀ ਸਲਾਈਡ ਤੇ। ਹੁਣ ਬੇਟਾ ਇੱਥੇ ਤੱਕ ਆਪਾਂ ਸਾਹ ਕਿਰਿਆ ਦੇ ਬਾਰੇ ਵਿਸਥਾਰ ਪੂਰਵਕ ਪੜਿਆ। ਹੁਣ ਸਾਡੇ ਦਿਮਾਗ ਵਿੱਚ ਇੱਕ ਕੁਐਸਚਨ ਆਇਆ ਹੋਵੇਗਾ ਕਿ ਇਸ ਕਿਰਿਆ ਦੇ ਦੌਰਾਨ ਜਿਹੜੀ ਆਕਸੀਜਨ ਹੈ ਉਹ ਕਿੱਥੋਂ ਆਉਂਦੀ ਹੈ, ਕਿਉਂਕਿ ਗਲੂਕੋਜ਼ ਬਾਰੇ ਤਾਂ ਆਪਾਂ ਪੜ ਰਹੇ ਕਿ ਗਲੂਕੋਜ਼ ਤਾਂ ਪਾਚਨ ਜਦੋਂ ਹੋਇਆ ਸੀ ਉਸ ਟਾਈਮ ਤੇ ਕਾਰਬੋਹਾਈਡਰੇਟ ਤੋਂ ਬਣ ਗਿਆ ਸੀ। ਤਾਂ ਹੁਣ ਆਕਸੀਜਨ ਸਾਡੇ ਸਰੀਰ ਦੇ ਵਿੱਚ ਕਿੱਥੋਂ ਆਉਂਦੀ ਹੈ, ਤਾਂ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਅਸੀਂ ਸਾਹ ਲੈਂਦੇ ਹਾਂ ਤਾਂ ਜਿਹੜੀ ਹਵਾ, ਆਕਸੀਜਨ ਰੂਪੀ ਹਵਾ, ਉਹ ਸਾਡੇ ਫੇਫੜਿਆਂ ਦੇ ਵਿੱਚ ਜਾਂਦੀ ਹੈ। ਤਾਂ ਬੇਟਾ ਇਸ ਆਕਸੀਜਨ ਰੂਪੀ ਹਵਾ ਨੂੰ ਅੰਦਰ ਲੈ ਕੇ ਜਾਣ ਲਈ ਅਤੇ ਕਾਰਬਨ ਡਾਈਆਕਸਾਈਡ ਨੂੰ ਬਾਹਰ ਕੱਢਣ ਦੇ ਲਈ ਸਾਡੇ ਸਰੀਰ ਦੇ ਵਿੱਚ ਇੱਕ ਵੈਲ ਡਿਵੈਲਪਡ ਸਿਸਟਮ ਲੱਗਿਆ ਹੋਇਆ ਹੈ ਜਿਸ ਨੂੰ ਅਸੀਂ ਰੈਸਪੀਰੇਟਰੀ ਸਿਸਟਮ ਜਾਂ ਫਿਰ ਮਨੁੱਖੀ ਸਵਾਸ ਪ੍ਰਣਾਲੀ ਵੀ ਕਹਿ ਦਿੰਦੇ ਹਾਂ। ਆਓ ਆਪਾਂ ਮਨੁੱਖੀ ਸਵਾਸ ਪ੍ਰਣਾਲੀ ਦਾ ਚਿੱਤਰ ਦੇਖੀਏ ਅਤੇ ਇਸ ਦੇ ਵੱਖ-ਵੱਖ ਭਾਗਾਂ ਨੂੰ ਸਮਝੀਏ। ਹਾਂਜੀ ਬੇਟਾ, ਤੁਹਾਨੂੰ ਸਲਾਈਡ ਦੇ ਉੱਪਰ ਇੱਕ ਬਹੁਤ ਹੀ ਸੁੰਦਰ ਮਨੁੱਖੀ ਸਵਾਸ ਪ੍ਰਣਾਲੀ ਦਾ ਚਿੱਤਰ ਨਜ਼ਰ ਆ ਰਿਹਾ ਹੋਵੇਗਾ। ਇਹ ਚਿੱਤਰ ਤੁਸੀਂ ਆਪਣੀ ਬੁੱਕ ਦੇ ਵਿੱਚ ਪਾਠ ਨੰਬਰ 6 ਦਾ ਤੁਹਾਡਾ ਇਹ 9ਵਾਂ ਜਿਹੜੀ ਡਾਇਗਰਾਮ ਹੈ, ਤੁਸੀਂ ਆਪਣੀ ਬੁੱਕ ਨੂੰ ਖੋਲ ਕੇ ਨਾਲ-ਨਾਲ ਇਸ ਲੈਕਚਰ ਦੇ ਦੌਰਾਨ ਦੇਖ ਸਕਦੇ ਹੋ। ਪਾਠ ਨੰਬਰ 6 ਦਾ 9ਵਾਂ ਚਿੱਤਰ ਖੋਲ ਕੇ ਤਾਂ ਤੁਹਾਨੂੰ ਇਹੀ ਚਿੱਤਰ ਬਣਿਆ ਨਜ਼ਰ ਆ ਰਿਹਾ ਹੋਵੇਗਾ। ਤਾਂ ਬੇਟਾ ਹੁਣ ਜਿਹੜੀ ਸਾਡੀ ਮਨੁੱਖੀ ਸਵਾਸ ਪ੍ਰਣਾਲੀ ਆ ਇਸ ਦੇ ਮੁੱਖ ਅੰਗ ਕਿਹੜੇ-ਕਿਹੜੇ ਹਨ, ਆਓ ਦੇਖੀਏ। ਸਭ ਤੋਂ ਪਹਿਲਾਂ ਨੱਕ ਦੇ ਸਾਡੇ ਕੋਲ ਜਿਹੜਾ ਨੱਕ ਤੋਂ ਥੱਲੇ ਨੋਸਟ੍ਰਿਲ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਨਾਸਾਂ ਕਹਿ ਦਿੰਦੇ ਹਾਂ। ਨਾਸਾਂ ਦੇ ਦੁਆਰਾ ਜਿਹੜੀ ਹਵਾ ਹੈ ਉਹ ਸਾਡੇ ਸਰੀਰ ਦੇ ਅੰਦਰ ਜਾਂਦੀ ਹੈ। ਉੱਥੋਂ ਜਾਂਦੀ ਹੈ ਸਾਡੇ ਸੰਘ ਕੋਲ ਜਿਸ ਨੂੰ ਅਸੀਂ ਫੇਰੈਂਕਸ ਕਹਿ ਦਿੰਦੇ ਹਾਂ, ਫਿਰ ਕੰਠ ਕੋਲ ਜਿਸ ਨੂੰ ਅਸੀਂ ਲੇਰੈਂਕਸ ਕਹਿ ਦਿੰਦੇ ਹਾਂ, ਫਿਰ ਸਾਡੀ ਸਾਹ ਨਾਲੀ ਜਿਹਨੂੰ ਅਸੀਂ ਟ੍ਰੈਕੀਆ ਕਹਿ ਦਿੰਦੇ ਹਾਂ। ਇਸ ਸਾਹ ਨਾਲੀ ਦੇ ਆਲੇ ਦੁਆਲੇ ਤੁਹਾਨੂੰ ਕਾਰਟਿਲੇਜ ਦੇ ਛੱਲੇ ਨਜ਼ਰ ਆ ਰਹੇ ਹਨ। ਫਿਰ ਇਹ ਸਾਹ ਨਾਲੀ 2 ਭਾਗਾਂ ਦੇ ਵਿੱਚ ਵੰਡੀ ਗਈ ਜਿਸ ਨੂੰ ਅਸੀਂ ਬ੍ਰੌਂਕਸ ਕਹਿ ਦਿੰਦੇ ਹਾਂ। ਫਿਰ ਜਿਹੜਾ ਬ੍ਰੌਂਕਸ ਆ ਇਸ ਦੀਆਂ ਅੱਗੇ ਸ਼ਾਖਾਵਾਂ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ ਜਿਨ੍ਹਾਂ ਨੂੰ ਅਸੀਂ ਬ੍ਰੌਂਕੀਓਲ ਕਹਿ ਦਿੰਦੇ ਹਾਂ। ਅਤੇ ਐਂਡ ਦੇ ਵਿੱਚ ਸਾਡੇ ਕੋਲ ਗੁਬਾਰੇਨੁਮਾ ਹਵਾ ਦੀਆਂ ਥੈਲੀਆਂ ਨੇ ਜਿਨ੍ਹਾਂ ਨੂੰ ਅਸੀਂ ਐਲਵੀਓਲਾਈ ਕਹਿ ਦਿੰਦੇ ਹਾਂ। ਤਾਂ ਇਹ ਸਾਡੇ ਮਨੁੱਖੀ ਸਵਾਸ ਪ੍ਰਣਾਲੀ ਦੇ ਵੱਖ-ਵੱਖ ਅੰਗ ਹਨ। ਆਓ ਇਹਨਾਂ ਬਾਰੇ ਆਪਾਂ ਇੱਕ-ਇੱਕ ਕਰਕੇ ਪੜ੍ਹੀਏ। ਦੇਖੋ ਬੇਟਾ, ਸਭ ਤੋਂ ਪਹਿਲਾਂ ਪਹਿਲੇ ਚਿੱਤਰ ਨੂੰ ਧਿਆਨ ਨਾਲ ਦੇਖੋ। ਤੁਹਾਨੂੰ ਇੱਕ ਨੱਕ ਦੇ ਥੱਲੇ ਜਿਹੜੀਆਂ ਨਾਸਾਂ ਨੇ ਉਹ ਨਜ਼ਰ ਆ ਰਹੀਆਂ ਹੋਣਗੀਆਂ। ਤਾਂ ਇਸ ਵਿੱਚ ਤੁਸੀਂ ਧਿਆਨ ਨਾਲ ਦੇਖੋ ਕਿ ਤੁਹਾਨੂੰ ਇਸ ਦੇ ਵਿੱਚ ਵਾਲ ਅਤੇ ਕੁਝ ਚਿਪਚਿਪਾ ਪਦਾਰਥ ਨਜ਼ਰ ਆ ਰਿਹਾ ਹੋਵੇਗਾ।
ਹੁਣ ਬੇਟਾ ਜਿਹੜੇ ਇਹ ਨੱਕ ਦੇ ਵਾਲ ਨੇ ਇਹ ਸਾਡੇ ਲਈ ਬਹੁਤ ਹੀ ਜ਼ਰੂਰੀ ਹਨ, ਕਿਉਂਕਿ ਇਹ ਸਾਡੀ ਹਵਾ ਦਾ ਫਿਲਟਰੀਕਰਨ ਕਰਦੇ ਹਨ। ਤਾਂ ਹਵਾ ਦਾ ਕੀ ਕਰਦੇ ਹਨ? ਫਿਲਟਰੀਕਰਨ ਕਰਦੇ ਹਨ। ਹਾਂਜੀ ਬੇਟਾ, ਇਹ ਜਦੋਂ ਹਵਾ ਦਾ ਫਿਲਟਰੀਕਰਨ ਕਰਦੇ ਹਨ ਤਾਂ ਜਿਹੜਾ ਚਿਪਚਿਪਾ ਪਦਾਰਥ ਆ, ਜਿਹੜੇ ਡਸਟ ਪਾਰਟੀਕਲਸ ਨੇ ਜਾਂ ਮਾਈਕਰੋ ਆਰਗੇਨਿਜ਼ਮ ਨੇ, ਉਹ ਇੱਥੇ ਹੀ ਸਟਕ ਹੋ ਜਾਂਦੇ ਹਨ ਅਤੇ ਹਵਾ ਫਿਲਟਰ ਹੋ ਕੇ ਫਿਰ ਸਾਡੇ ਸਰੀਰ ਦੇ ਅੰਦਰ ਦਾਖਲ ਹੁੰਦੀ ਹੈ। ਤਾਂ ਤੁਹਾਨੂੰ ਸਮਝ ਆ ਗਿਆ ਹੋਵੇਗਾ ਕਿ ਨੱਕ ਦੇ ਵਾਲਾਂ ਦਾ ਤੇ ਮਿਊਕਸ ਦਾ ਕੀ ਮਹੱਤਵ ਹੈ। ਉਸ ਤੋਂ ਬਾਅਦ ਬੇਟਾ ਜਿਹੜਾ ਆਹ ਚਿੱਤਰ ਤੁਹਾਨੂੰ ਨਜ਼ਰ ਆ ਰਿਹਾ ਹੈ, ਇਹ ਹੈ ਸਾਡੀ ਕੰਠ ਪਟਾਰੀ, ਜਿਸ ਨੂੰ ਅਸੀਂ ਲੇਰੈਂਕਸ ਵੀ ਕਹਿ ਦਿੰਦੇ ਹਾਂ। ਇਹ ਜਿਹੜੀ ਕੰਠ ਪਟਾਰੀ ਹੈ, ਇਹ ਸਾਡੀ ਆਵਾਜ਼ ਪੈਦਾ ਹੋਣ ਵਿੱਚ ਸਹਾਇਕ ਹੈ। ਤੁਸੀਂ 9ਵੀਂ ਜਮਾਤ ਵਿੱਚ ਇੱਕ ਸਾਊਂਡ ਚੈਪਟਰ ਪੜ੍ਹਿਆ ਹੋਵੇਗਾ, ਜਿਸ ਵਿੱਚ ਅਸੀਂ ਪੜ੍ਹਿਆ ਸੀ ਕਿ ਜਿਹੜੀ ਆਵਾਜ਼ ਆ ਜਾਂ ਧੁਨੀ ਆ ਉਹ ਕੰਪਨ ਦੇ ਨਾਲ ਪੈਦਾ ਹੁੰਦੀ ਹੈ। ਤਾਂ ਜਦੋਂ ਹਵਾ ਸਾਡੇ ਲੇਰੈਂਕਸ ਦੇ ਵਿੱਚ ਦਾਖਲ ਹੁੰਦੀ ਹੈ ਤਾਂ ਇਹਦੀਆਂ ਸੁਰ ਤੰਦਾਂ ਦੇ ਵਿੱਚ ਕੰਪਨ ਪੈਦਾ ਹੁੰਦਾ ਹੈ, ਜਿਸ ਨਾਲ ਆਵਾਜ਼ ਪੈਦਾ ਹੁੰਦੀ ਹੈ। ਤੀਸਰੇ ਚਿੱਤਰ ਦੇ ਵਿੱਚ ਦੇਖੋ, ਇਸ ਲੇਰੈਂਕਸ ਦੇ ਥੱਲੇ ਤੁਹਾਨੂੰ ਇੱਕ ਟਿਊਬ ਨਜ਼ਰ ਆ ਰਹੀ ਹੈ, ਜਿਸ ਨੂੰ ਅਸੀਂ ਸਾਹ ਨਲੀ ਕਹਿ ਦਿੰਦੇ ਹਾਂ। ਇਸ ਸਾਹ ਨਲੀ ਦੇ ਆਲੇ ਦੁਆਲੇ ਤੁਹਾਨੂੰ ਛੱਲੇ ਨਜ਼ਰ ਆ ਰਹੇ ਹਨ। ਇਹਨਾਂ ਨੂੰ ਕਾਰਟਿਲੇਜ ਦੇ ਛੱਲਿਆਂ ਦਾ ਮੁੱਖ ਕੰਮ ਇਹ ਹੈ ਕਿ ਇਹ ਸਾਡੀ ਸਾਹ ਨਲੀ ਨੂੰ ਕੋਲੈਪਸ ਹੋਣ ਤੋਂ ਬਚਾਉਂਦੇ ਹਨ, ਕਿਉਂਕਿ ਬੇਟਾ ਹਵਾ ਦਾ ਦਬਾਅ ਸਾਡੀ ਸਾਹ ਨਲੀ ਵਿੱਚ ਬਦਲਦਾ ਰਹਿੰਦਾ ਹੈ। ਤਾਂ ਇਹ ਸਾਹ ਨਲੀ ਕੋਲੈਪਸ ਨਾ ਹੋ ਜਾਵੇ, ਇਸ ਲਈ ਇਸ ਦੇ ਆਲੇ ਦੁਆਲੇ ਕਾਰਟਿਲੇਜ ਦੇ ਛੱਲੇ ਹੁੰਦੇ ਹਨ। ਜਿੱਥੇ ਸਾਡੀ ਸਾਹ ਨਲੀ ਦੋ ਭਾਗਾਂ ਦੇ ਵਿੱਚ ਵੰਡੀ ਜਾਂਦੀ ਹੈ, ਉਸ ਨੂੰ ਅਸੀਂ ਬ੍ਰੌਂਕਸ ਕਹਿੰਦੇ ਹਾਂ। ਬ੍ਰੌਂਕਸ ਦੀਆਂ ਅਗਲੀਆਂ ਸ਼ਾਖਾਵਾਂ ਨੂੰ ਆਪਾਂ ਬ੍ਰੌਂਕੀਓਲ। ਬ੍ਰੌਂਕੀਓਲ ਦਾ ਕੰਮ ਇਹ ਹੁੰਦਾ ਹੈ ਤਾਂ ਕਿ ਕੱਲੇ-ਕੱਲੇ ਐਲਵੀਓਲਾਈ ਤੱਕ ਆ ਜਿਹੜੀ ਆਕਸੀਜਨ ਆ ਜਾਂ ਹਵਾ ਉਹ ਪਹੁੰਚ ਸਕੇ। ਤੇ ਫਿਰ ਐਂਡ ਦੇ ਵਿੱਚ ਤੁਹਾਨੂੰ ਛੋਟੀਆਂ-ਛੋਟੀਆਂ ਗੋਲ-ਗੋਲ ਰਚਨਾਵਾਂ, ਜਿਨ੍ਹਾਂ ਨੂੰ ਐਲਵੀਓਲਾਈ, ਇਹਨਾਂ ਦਾ ਸਰਕਲ ਹੋਣ ਦਾ ਜਾਂ ਗੋਲ ਹੋਣ ਦਾ ਕਾਰਨ ਇਹ ਹੈ ਤਾਂ ਕਿ ਜਿਹੜੀ ਸਰਫੇਸ ਏਰੀਆ ਉਹ ਵੱਧ ਜਾਵੇ ਤੇ ਵੱਧ ਤੋਂ ਵੱਧ ਜਿਹੜੀਆਂ ਗੈਸਾਂ ਉਹਨਾਂ ਦਾ ਵਟਾਂਦਰਾ ਹੋ ਸਕੇ। ਹੁਣ ਜਿਹੜਾ ਤੁਹਾਨੂੰ ਤੀਸਰਾ ਚਿੱਤਰ ਨਜ਼ਰ ਆ ਰਿਹਾ ਹੈ, ਇਸ ਵਿੱਚ ਤੁਹਾਨੂੰ ਦੋ ਫੇਫੜੇ ਸਾਡੇ ਨਜ਼ਰ ਆ ਰਹੇ ਹੋਣਗੇ। ਇੱਧਰ ਵਾਲਾ ਆਹ ਸੱਜਾ ਫੇਫੜਾ ਹੈ, ਇੱਧਰ ਖੱਬਾ। ਤਾਂ ਤੁਸੀਂ ਲੇਬਲਿੰਗ ਕਰਦੇ ਬਹੁਤ ਧਿਆਨ ਰੱਖਣਾ ਹੈ ਕਿ ਇਸ ਸਾਈਡ ਨੂੰ ਤੁਸੀਂ ਖੱਬਾ ਫੇਫੜਾ ਲਿਖਣਾ ਹੈ ਅਤੇ ਇਸ ਸਾਈਡ ਨੂੰ ਤੁਸੀਂ ਸੱਜਾ ਫੇਫੜਾ। ਇੱਥੇ ਬੇਟਾ ਮੈਂ ਤੁਹਾਨੂੰ ਇਹ ਵੀ ਦੱਸਾਂਗੀ ਕਿ ਸਾਡਾ ਸੱਜਾ ਫੇਫੜਾ ਖੱਬੇ ਫੇਫੜੇ ਨਾਲੋਂ ਥੋੜਾ ਵੱਡਾ ਹੁੰਦਾ ਹੈ ਅਤੇ ਸੱਜੇ ਫੇਫੜੇ ਵਿੱਚ ਤੁਹਾਨੂੰ 3 ਲੋਬਸ 1 2 3 ਲੋਬਸ ਨਜ਼ਰ ਆਉਂਦੀਆਂ ਹਨ, ਜਦਕਿ ਖੱਬੇ ਫੇਫੜੇ ਵਿੱਚ 2 ਲੋਬਸ ਹੁੰਦੀਆਂ ਹਨ। ਹਾਂਜੀ, ਇੱਕ ਬੇਟਾ ਹੋਰ ਇੱਥੇ ਮਹੱਤਵਪੂਰਨ ਗੱਲ ਤੁਹਾਨੂੰ ਦੱਸਣੀ ਚਾਹਾਂਗੀ ਕਿ ਜਿਹੜੇ ਵੀ ਸਾਡੇ ਸੌਫਟ ਆਰਗਨ ਹੁੰਦੇ ਨੇ, ਉਹਨਾਂ ਦੇ ਆਲੇ ਦੁਆਲੇ ਕੁਝ ਮੈਂਬਰੇਨਸ ਹੁੰਦੀਆਂ ਨੇ, ਪਰਤਾਂ ਹੁੰਦੀਆਂ ਨੇ, ਔਰ ਉਹਨਾਂ ਪਰਤਾਂ ਦੇ ਵਿੱਚ ਫਲੂਇਡ ਭਰਿਆ ਹੁੰਦਾ ਹੈ, ਜਿਹੜਾ ਕਿ ਇੰਟਰਨਲ ਸ਼ੌਕ ਤੋਂ ਬਚਾਉਂਦਾ ਹੈ। ਠੀਕ ਹੈ ਜੀ, ਉਹਨਾਂ ਆਰਗਨਸ ਨੂੰ। ਤਾਂ ਸਾਡੇ ਫੇਫੜਿਆਂ ਦੇ ਆਲੇ ਦੁਆਲੇ ਵੀ ਮੈਂਬਰੇਨ ਆ, ਉਸ ਮੈਂਬਰੇਨਸ ਨੂੰ ਅਸੀਂ ਪਲੂਰਾ PLEURA ਪਲੂਰਾ ਕਹਿੰਦੇ ਹਾਂ। ਤਾਂ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਸਾਡੇ ਫੇਫੜਿਆਂ ਦੇ ਆਲੇ ਦੁਆਲੇ ਕਿਹੜੀ ਮੈਂਬਰੇਨ ਹੁੰਦੀ ਹੈ? ਪਲੂਰਾ। ਤਾਂ ਸਵਾਸ ਨਲੀ ਦੇ ਸਾਡੀ ਜਿਹੜੀ ਸਵਾਸ ਪ੍ਰਣਾਲੀ ਆ, ਉਸ ਦੇ ਵੱਖ-ਵੱਖ ਅੰਗਾਂ ਬਾਰੇ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ। ਨੱਕ ਤੋਂ ਸ਼ੁਰੂ ਹੋ ਕੇ ਕਿੱਥੇ ਆਉਂਦਾ ਹੈ? ਸਾਡੀਆਂ ਨਾਸਾਂ ਤੋਂ ਕੋਲ। ਨਾਸਾਂ ਤੋਂ ਸਾਡੇ ਕਿੱਥੇ ਆਉਂਦਾ ਹੈ? ਸੰਘ। ਜਿਹੜਾ ਸੰਘ ਆ ਉਹ ਸਾਡਾ ਇੱਕ ਕਾਮਨ ਰਸਤਾ ਸਾਡੀ ਡਾਈਜੈਸਟਿਵ ਸਿਸਟਮ ਦੇ ਲਈ ਅਤੇ ਸਾਡੇ ਰੈਸਪੀਰੇਟਰੀ ਸਿਸਟਮ ਦੇ ਲਈ। ਸੰਘ ਤੋਂ ਅੱਗੇ ਆ ਗਿਆ ਸਾਡਾ ਕੰਠ ਪਟਾਰੀ, ਲੇਰੈਂਕਸ ਆ ਗਿਆ, ਫਿਰ ਸਾਡਾ ਆ ਗਿਆ ਟ੍ਰੈਕੀਆ। ਟ੍ਰੈਕੀਆ ਜਦੋਂ ਦੋ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ, ਉਸ ਨੂੰ ਅਸੀਂ ਬ੍ਰੌਂਕਸ ਕਹਿ ਦਿੰਦੇ ਹਾਂ। ਬ੍ਰੌਂਕਸ ਦੀਆਂ ਸ਼ਾਖਾਵਾਂ ਨੂੰ ਅਸੀਂ ਬ੍ਰੌਂਕੀਓਲ ਕਹਿ ਦਿੰਦੇ ਹਾਂ ਅਤੇ ਬ੍ਰੌਂਕੀਓਲ ਜਦੋਂ ਗੁਬਾਰੇਨੁਮਾ ਰਚਨਾਵਾਂ ਦੇ ਵਿੱਚ ਉਹਨਾਂ ਦਾ ਅੰਤ ਹੁੰਦਾ ਹੈ, ਉਹਨਾਂ ਨੂੰ ਅਸੀਂ ਐਲਵੀਓਲਾਈ ਕਹਿ ਦਿੰਦੇ ਹਾਂ। ਹਾਂਜੀ ਬੇਟਾ, ਅਗਲਾ ਸਾਡਾ ਟੌਪਿਕ ਹੈ ਸਾਹ ਲੈਣਾ। ਹੁਣ ਤੱਕ ਅਸੀਂ ਪੜ੍ਹਿਆ ਸਾਹ ਕਿਰਿਆ ਦੇ ਬਾਰੇ ਵਿਸਥਾਰ ਪੂਰਵਕ। ਹੁਣ ਤੁਹਾਨੂੰ ਹੈਰਾਨੀ ਹੋਵੇਗੀ ਕਿ ਸਾਹ ਕਿਰਿਆ ਤੇ ਸਾਹ ਲੈਣਾ ਵਿੱਚ ਕੋਈ ਅੰਤਰ ਹੈ? ਜੀ ਹਾਂ ਬੇਟਾ, ਇਹਨਾਂ ਵਿੱਚ ਬਹੁਤ ਵੱਡਾ ਅੰਤਰ ਹੈ। ਜਿਹੜੀ ਸਾਹ ਕਿਰਿਆ ਉਹ ਇੱਕ ਰਸਾਇਣਿਕ ਕਿਰਿਆ ਹੈ, ਪਰ ਸਾਹ ਲੈਣਾ ਇੱਕ ਭੌਤਿਕ ਕਿਰਿਆ ਹੈ। ਰਸਾਇਣਿਕ ਕਿਰਿਆ ਤੇ ਭੌਤਿਕ ਕਿਰਿਆ ਵਿੱਚ ਤਾਂ ਤੁਸੀਂ ਪਹਿਲਾਂ ਹੀ ਪੜ੍ਹ ਚੁੱਕੇ ਹੋ। ਭੌਤਿਕ ਕਿਰਿਆ ਦੌਰਾਨ ਸਾਡੇ ਕੋਲ ਕੋਈ ਵੀ ਨਵਾਂ ਉਤਪਾਦ ਨਹੀਂ ਬਣਦਾ। ਇਸ ਵਿੱਚ ਹੁਣ ਦੇਖੀਏ ਕਿ ਸਾਹ ਲੈਣਾ ਵਿੱਚ ਕੀ ਹੁੰਦਾ ਹੈ। ਦੇਖੋ ਬੇਟਾ, ਸਾਹ ਲੈਣ ਦੇ 3 ਪੜਾਅ ਹਨ। ਪਹਿਲਾ ਪੜਾਅ ਕੀ ਹੈ? ਸਾਹ ਅੰਦਰ ਲੈ ਕੇ ਜਾਣਾ। ਦੂਸਰਾ ਪੜਾਅ ਕੀ ਹੈ? ਗੈਸਾਂ ਦਾ ਵਟਾਂਦਰਾ। ਤੀਸਰਾ ਪੜਾਅ ਕੀ ਹੈ? ਸਾਹ ਬਾਹਰ ਕੱਢਣਾ। ਆ ਡਾਇਗਰਾਮ ਨੂੰ ਧਿਆਨ ਨਾਲ ਦੇਖੋ। ਜਿਹੜੀ ਪਹਿਲੀ ਡਾਇਗਰਾਮ ਆ ਬਰੀਥਿੰਗ ਇਨ, ਭਾਵ ਕੇ ਸਾਹ ਅੰਦਰ ਲੈ ਕੇ ਜਾਣਾ। ਦੂਸਰੀ ਡਾਇਗਰਾਮ ਬਰੀਥਿੰਗ ਆਊਟ, ਭਾਵ ਕੇ ਸਾਹ ਬਾਹਰ ਕੱਢਣਾ। ਹੁਣ ਤੁਸੀਂ ਧਿਆਨ ਨਾਲ ਇਹਦੇ ਵਿੱਚ ਦੇਖੋ, ਇਸ ਸਾਈਡ ਤੇ ਜਿਹੜਾ ਸਾਡਾ ਛਾਤੀ ਖੋੜਾ, ਉਸ ਦਾ ਸਰਫੇਸ ਏਰੀਆ ਕਿੰਨਾ ਜ਼ਿਆਦਾ ਹੈ।
पर इस साइड ते साडे छाती कोड़ दा जिहड़ा एरिया है वो घट है, क्योंकि इत्थे साडा जिहड़ा पेट परदा है, पेट परदा मैं तुहानू दसना पिछली स्लाइड विच भुल गई। साडे दोने फेफड़ियां दे थल्ले एक पेट परदा हुंदा है जिहड़ा कि साडी साह लैण दे विच बहुत ही सहायता करदा है। किवें करदा है देखो, जदों बेटा आपां साह अंदर खिੱਚਦੇ हां तां जिहड़ा साडा पेट परदा है ਉਹ ਕੀ ਹੋ ਜਾਂਦਾ है, ਸੁੰਗੜ ਜਾਂਦਾ है। ਜਦੋਂ पेट परदा ਸੁੰਗੜਦਾ है ਤਾਂ ਸਾਡੀ ਜਿਹੜੀ ਚੈਸਟ ਕੈਵਿਟੀ ਆ ਉਹਦਾ ਸਰਫੇਸ ਏਰੀਆ ਵੱਧ ਜਾਂਦਾ ਹੈ, ਉੱਥੇ ਪ੍ਰੈਸ਼ਰ ਘਟ ਜਾਂਦਾ ਹੈ ਅਤੇ ਹਵਾ ਜਿਹੜੀ ਆ ਉਹ ਬਾਹਰੋਂ ਕਿੱਥੇ ਆਉਂਦੀ ਹੈ, ਅੰਦਰ ਆਉਂਦੀ ਹੈ। लेकिन जदों आपां साह बाहर कढदे आ यह जिहड़ा डायफ्राम आ यह दोबारा अपनी ओरिजिनल पोजीशन ते आ जाता है, अंदर वाला प्रैशर वध जाता है अते जिहड़ी हवा है वह बाहर निकल जाती है। आपां एक गुब्बारे दी उदाहरण लैके देख लैंदे आ, जदों असीं गुब्बारे दे विच हवा भरदे आ वो फुल जाता है, जदों गुब्बारे नूं दबाउने आ तां जिहड़ी हवा है वह बाहर निकल जाती है। इसे तरह जदों आपां साह अंदर लैके जाने हां तां साडा जिहड़ा छाती खोड़ है उसका सरफेस एरिया वध जाता है, हवा अंदर आ जाती है अते जदों साह बाहर कढदे हां तां कार्बन डाइऑक्साइड गैस बाहर निकल जाती है। हुण बेटा साह अंदर लैके जाण तो की भाव है, ऑक्सीजन वाली हवा नूं अंदर लैके जाना अते साह बाहर कढण तो की भाव है, कार्बन डाइऑक्साइड भरपूर हवा नूं बाहर कढना। जदों आपां हुण बेटा जिहड़ा आपां दूजा पॉइंट पढ़िया सी कि साडे शरीर विच गैसां दा वटांदरा कित्थे हुंदा है, ਤਾਂ ਇਹ बहुत ही इंपॉर्टेंट पॉइंट है। इसनूं अपनी कापियां उत्ते लिख लो कि साडे शरीर विच गैसां दा वटांदरा एल्वियोलाई विच हुंदा है। एल्वियोलाई बारे मैं तुहानूं पहलां ही दस दिता है कि एल्वियोलाई की हुंदियां ने, हवा दीयां थैलियां। तां हवा इन्हां हवा दीयां थैलियां विच साडा गैसां दा वटांदरा हुंदा है। तां गैसां दा वटांदरा किवें हुंदा है, जिहड़ियां साडीआं एल्वियोलाई आ इन्हां दीयां कंधां विच लहू वहणियां दा विस्तृत जाल हुंदा है। ਤਾਂ ਲਹੂ ਐਲਵੀਓलाई ਵਿਚਲੀ ਹਵਾ ਵਿੱਚੋਂ ਆਕਸੀਜਨ ਨੂੰ ਲੈ ਲੈਂਦਾ ਹੈ ਅਤੇ ਲਹੂ ਵਿਚਲੀ ਕਾਰਬਨ ਡਾਈਆਕਸਾਈਡ ਕਿੱਥੇ ਆ ਜਾਂਦੀ ਹੈ, ਐਲਵੀਓलाई ਦੇ ਵਿੱਚ ਆ ਜਾਂਦੀ ਹੈ, ਜੋ ਕਿ ਫਿਰ ਸਰੀਰ ਤੋਂ ਬਾਹਰ ਨਿਕਲ ਜਾਂਦੀ ਹੈ। ਇਸ ਸਲਾਈਡ ਦੇ ਵਿੱਚ ਤੁਸੀਂ ਧਿਆਨ ਨਾਲ ਦੇਖੋ, ਤੁਹਾਨੂੰ ਆ ਜਿਹੜੀ ਡਾਇਗਰਾਮ ਨਜ਼ਰ ਆ ਰਹੀ ਆ, ਦੇਖੋ ਬੇਟਾ ਆ ਸਾਡੀ ਐਲਵੀਓलाई ਆ ਸਾਡੀ ਐਲਵੀਓलाई ਦੀ ਜਿਹੜੀ ਕੀ ਆ ਤੁਹਾਨੂੰ ਮੈਂਬਰੇਨ ਨਜ਼ਰ ਆ ਰਹੀ ਆ। ਇਧਰੋਂ ਜਿਹੜੀ ਆਕਸੀਜਨ ਆ इस साइड तो जिहड़ी ऑक्सीजन आ वो देखो आ जिहड़े तुहानूं सैल आ ये साडे रैड ब्लड सैल ने, लाल रक्ताणु, इन्हां दे विच एक पिगमेंट हुंदा है हीमोग्लोबिन, जो कि ऑक्सीजन नूं आपदे वल खिੱਚ रहा है अते कार्बन डाइऑक्साइड आ जिहड़ी साडी ओह ब्लड तो किधर नूं जा रही आ, वापस एल्वियोलाई वल नूं, अते फिर इह वापसी ये सारा रस्ता देखो इत्थों आ गई फेफड़े, फेफड़ियां तो वापस साडी साह नाली, साह नाली तो साडी वापस ये नासा राही मुंह तो बाहर निकल जाती है। तां इस एल्वियोलाई दे विच ही साडा गैसां दा की हो रहा है, वटांदरा हुंदा है। हाँ जी बेटा, हुण एक चीज तुसीं ध्यान नाल देखो कि जिहड़ा गैसां दा वटांदरा ओह असीं पढ़ रहे कि साडे कित्थे हुंदा है, एल्वियोलाई विच। पर बेटा ये किहड़ी विधि राही हुंदा है, प्रसरण विधि दे राही। प्रसरण विधि तो तुहानूं पता ही होवेगा कि जदों कोई जिहड़ा अणु आ ओह वध संघनता वल्लों कित्थे जांदा है, घट संघनता वल। हुण जिहड़ा आपां साह अंदर लैके गए सी उस विच ऑक्सीजन दी मात्रा की सी ज्यादा, पर साडे लहू विच की सी घट, इस करके एल्वियोलाई तो ऑक्सीजन किधर चली गई, साडे लहू वल, अते लहू विच की कंसंट्रेशन ज्यादा सी, कार्बन डाइऑक्साइड दा प्रैशर वध सी, तां कार्बन डाइऑक्साइड लहू तो किधर आ गई, एल्वियोलाई वल। तां इत्थे इह जिहड़ी किरिया है वो प्रसरण विधि राही हो जाती है। पर बेटा जिवें जिवें जंतु दे शरीर दा आकार वधदा जांदा है, कल्ले प्रसरण विधि राही ही सारे सैलां तक ऑक्सीजन नहीं पहुंच पाउंदी, क्योंकि साडा जिहड़ा शरीर आ यह बहुत ही गुंझलदार है। तां इस विच किन्ने ही लखां करोड़ां सैल हन, तां बाकी कल्ले कल्ले सैल तक हुण ऑक्सीजन किवें पहुंचदी है, वो पहुंचदे आ लहू दे द्वारा। तां साडे लहू दे जिहड़े रंग लाल क्यों है, तुहानूं पता ही होवेगा, क्योंकि साडे जिहड़े रैड ब्लड सैल हुंदे ने उन्हां दे विच एक की आ पिगमेंट आ, वर्णक आ, जिन्हों असीं हीमोग्लोबिन कहंदे हां। इस हीमोग्लोबिन दी ऑक्सीजन प्रति खिੱਚ हुंदी है। जदों ऑक्सीजन हीमोग्लोबिन नाल जुड़दा है तां ओह बन जांदा है ऑक्सी हीमोग्लोबिन। फिर यह ऑक्सीजन ऑक्सी हीमोग्लोबिन दे रूप विच साडे शरीर दे सारे सैलां तक पहुंचदी है। तां देखो स्लाइड वल, जिवें जिवें जंतु दे शरीर दा आकार वधदा जांदा है
ਤਾਂ ਇਕੱਲਾ ਪ੍ਰਸਰਣ ਦਬਾਓ ਸਰੀਰ ਦੇ ਸਾਰੇ ਭਾਗਾਂ ਨੂੰ ਆਕਸੀਜਨ ਪਹੁੰਚਾਉਣ ਲਈ ਕਾਫੀ ਨਹੀਂ ਹੁੰਦਾ। ਤਾਂ ਉੱਥੇ ਫਿਰ ਕੌਣ ਕੰਮ ਕਰਦਾ ਹੈ? ਤਾਂ ਇੱਥੇ ਲਹੂ ਦੇ ਲਾਲ ਰਕਤ ਅਣੂਆਂ ਵਿੱਚ ਜਿਹੜਾ ਵਰਣਕ ਹੁੰਦਾ ਹੈ ਹੀਮੋਗਲੋਬਿਨ, ਇਹ ਫਿਰ ਸਾਡੇ ਆਕਸੀਜਨ ਨੂੰ ਸਰੀਰ ਦੇ ਵੱਖ-ਵੱਖ ਭਾਗਾਂ ਤੱਕ ਪਹੁੰਚਾਉਂਦਾ ਹੈ। ਹੁਣ ਬੇਟਾ ਹੁਣ ਤੱਕ ਆਪਾਂ ਪੜਿਆ ਦੋ ਕਿਰਿਆਵਾਂ ਬਾਰੇ ਪੜਿਆ। ਪਹਿਲੀ ਆਪਾਂ ਪੜ੍ਹੀ ਆ ਸਾਹ ਕਿਰਿਆ, ਦੂਜੀ ਆਪਾਂ ਪੜ੍ਹੀ ਆ ਸਾਹ ਲੈਣਾ। ਦੋਨਾਂ ਵਿੱਚ ਮੈਂ ਤੁਹਾਨੂੰ ਫਰਕ ਵੀ ਦੱਸਿਆ ਕਿ ਜਿਹੜੀ ਸਾਹ ਕਿਰਿਆ ਹੈ ਉਹ ਰਸਾਇਣਿਕ ਕਿਰਿਆ ਹੈ। ਉਸ ਵਿੱਚ ਗਲੂਕੋਜ਼ ਦਾ ਆਕਸੀਕਰਨ ਹੁੰਦਾ ਹੈ, ਜਿਸ ਵਿੱਚ ਕਾਰਬਨ ਡਾਈਆਕਸਾਈਡ ਪੈਦਾ ਹੁੰਦੀ ਹੈ, ਨਾਲ ਸਾਡੇ ਕੋਲ ਊਰਜਾ ਪੈਦਾ ਹੁੰਦੀ ਹੈ। ਠੀਕ ਹੈ, ਪਰ ਜਿਹੜੀ ਸਾਡੇ ਕੋਲੇ ਸਾਹ ਲੈਣਾ ਕਿਰਿਆ ਹੈ ਉਸ ਵਿੱਚ ਕੇਵਲ ਗੈਸਾਂ ਦਾ ਵਟਾਂਦਰਾ ਹੁੰਦਾ ਹੈ, ਭਾਵ ਅਸੀਂ ਆਕਸੀਜਨ ਅੰਦਰ ਲੈ ਕੇ ਜਾਂਦੇ ਹਾਂ ਅਤੇ ਕਾਰਬਨ ਡਾਈਆਕਸਾਈਡ ਬਾਹਰ ਕੱਢਦੇ ਹਾਂ। ਆਓ ਹੁਣ ਆਪਾਂ ਇਸ ਸਲਾਈਡ ਤੋਂ ਇਸ ਸਾਹ ਕਿਰਿਆ ਅਤੇ ਸਾਹ ਲੈਣ ਵਿੱਚ ਅੰਤਰ ਨੂੰ ਵਧੇਰੇ ਚੰਗੀ ਤਰ੍ਹਾਂ ਪੜ੍ਹੀਏ। ਦੇਖੋ ਬੇਟਾ ਸਲਾਈਡ ਵੱਲ। ਹੁਣ ਤੁਹਾਨੂੰ ਕੀ ਨਜ਼ਰ ਆ ਰਿਹਾ? ਇੱਕ ਪਾਸੇ ਲਿਖਿਆ ਹੋਇਆ ਹੈ ਸਾਹ ਲੈਣਾ, ਦੂਜੇ ਪਾਸੇ ਲਿਖਿਆ ਹੋਇਆ ਹੈ ਸਾਹ ਕਿਰਿਆ। ਤਾਂ ਦੋਨਾਂ ਵਿੱਚ ਫਰਕ ਦੇਖੋ। ਸਾਹ ਲੈਣਾ ਕਿਹੜੀ ਕਿਰਿਆ ਹੈ? ਭੌਤਿਕ ਕਿਰਿਆ। ਪਰ ਸਾਹ ਕਿਰਿਆ ਕਿਹੜੀ ਕਿਰਿਆ ਹੈ? ਰਸਾਇਣਿਕ ਕਿਰਿਆ। ਸਾਹ ਲੈਣ ਵਿੱਚ ਊਰਜਾ ਪੈਦਾ ਨਹੀਂ ਹੁੰਦੀ, ਪਰ ਸਾਹ ਕਿਰਿਆ ਵਿੱਚ ਊਰਜਾ ਪੈਦਾ ਹੁੰਦੀ ਹੈ। ਸਾਹ ਲੈਣਾ ਕਿੱਥੇ ਹੁੰਦਾ ਹੈ? ਸੈੱਲ ਦੇ ਬਾਹਰ, ਪਰ ਜਿਹੜੀ ਸਾਹ ਕਿਰਿਆ ਹੈ ਸੈੱਲ ਦੇ ਅੰਦਰ। और ਜਿਹੜਾ ਸਾਹ ਲੈਣਾ ਹੈ ਇਹ ਪ੍ਰਸਰਣ ਆਧਾਰਿਤ ਹੈ, ਲੇਕਿਨ ਜਿਹੜੀ ਸਾਹ ਕਿਰਿਆ ਹੈ ਇਸ ਵਿੱਚ ਆਕਸੀਕਰਨ ਹੁੰਦਾ ਹੈ। ਤੁਹਾਨੂੰ ਇਹ ਸਲਾਈਡ ਤੋਂ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਕਿ ਸਾਹ ਲੈਣਾ ਅਤੇ ਸਾਹ ਕਿਰਿਆ ਦੇ ਵਿੱਚ ਕੀ ਅੰਤਰ ਹੈ। ਤਾਂ ਬੇਟਾ ਅੱਜ ਦੇ ਅਸੀਂ ਇਸ ਟੌਪਿਕ ਦੇ ਵਿੱਚ ਵੱਖ-ਵੱਖ ਪੁਆਇੰਟਸ ਨੂੰ ਡਿਟੇਲ ਦੇ ਵਿੱਚ ਪੜਿਆ। ਸਭ ਤੋਂ ਪਹਿਲਾਂ ਆਪਾਂ ਪੜਿਆ ਸਾਹ ਕਿਰਿਆ ਕੀ ਹੁੰਦੀ ਹੈ, ਸਾਹ ਕਿਰਿਆ ਕਿੰਨੇ ਤਰ੍ਹਾਂ ਦੀ ਹੁੰਦੀ ਹੈ, ਆਕਸੀ ਅਤੇ ਅਨਾਕਸੀ ਸਾਹ ਕਿਰਿਆ ਵਿੱਚ ਕੀ ਅੰਤਰ ਹੈ, ਆਕਸੀ ਅਤੇ ਅਨਾਕਸੀ ਸਾਹ ਕਿਰਿਆ ਵਿੱਚ ਵਾਪਰਨ ਵਾਲੀਆਂ ਵੱਖ-ਵੱਖ ਰਸਾਇਣਿਕ ਕਿਰਿਆਵਾਂ ਕਿਹੜੀਆਂ-ਕਿਹੜੀਆਂ ਹਨ। ਉਸ ਤੋਂ ਬਾਅਦ ਅਸੀਂ ਆਪਣੀ ਮਨੁੱਖੀ ਸਵਾਸ ਪ੍ਰਣਾਲੀ ਬਾਰੇ ਪੜਿਆ ਕਿ ਇਸ ਦੇ ਵੱਖ-ਵੱਖ ਅੰਗ ਕਿਹੜੇ ਹਨ ਅਤੇ ਉਹਨਾਂ ਅੰਗਾਂ ਦਾ ਕੀ ਕੰਮ ਹੈ। ਫਿਰ ਅਸੀਂ ਸਾਹ ਲੈਣ ਬਾਰੇ ਪੜਿਆ ਕਿ ਸਾਹ ਲੈਣ ਦੇ ਕਿਹੜੇ-ਕਿਹੜੇ 3 ਪੜਾਅ ਹਨ ਅਤੇ ਸਾਡੇ ਸਰੀਰ ਵਿੱਚ ਗੈਸਾਂ ਦਾ ਵਟਾਂਦਰਾ ਕਿਵੇਂ ਹੁੰਦਾ ਹੈ।